ਜਿਹੜਾ ਕੱਲ ਦਾ ਦਿਨ ਹੈ ਜੀ ਸਾਡੇ ਲਈ ਬਹੁਤ ਅਫਸੋਸ ਦਾ ਦਿਹਾੜਾ ਹੈ। ਉਹਨਾਂ ਨੇ ਇਕੱਠੇ ਇੱਕ ਕਿਰਾਏ ਦੇ ਨਾਲ ਲੈ ਕੇ ਸਾਡੇ ਸਟੇਟਲੈਸ ਸਿੱਖਸ ਦੇ ਉੱਤੇ ਫੌਜੀ ਹਮਲਾ ਕੀਤਾ ਸੀ। ਜਿਵੇਂ ਹੰਡਾਏ ਅਸੀਂ ਹੰਡਾਏ ਆ, ਸਾਡੇ ਤੇ ਜ਼ਬਰ ਹੋਇਆ, ਸਾਡੇ ਉੱਤੇ ਇਲਜ਼ਾਮ ਲੱਗੇ ਆ, ਸਾਰਾ ਕੁਝ ਹੋਇਆ। ਅਸੀਂ ਤੁਹਾਨੂੰ ਇਸ ਵੇਲੇ ਮਿਲਾਉਣ ਜਾ ਰਹੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦ ਸਾਹਿਬ, ਬਹੁਤ ਕਿਰਪਾ ਤੁਹਾਡੇ ਦਰਸ਼ਨ ਹੋਏ ਆ। ਜੀ ਕਿਰਪਾ ਪਰਮਾਤਮਾ ਦੀ ਚਾਹੀਦੀ ਹੈ। ਪਹਿਲਾਂ ਤੁਸੀਂ ਸੁਣਾਓ, ਸਿਹਤ ਦਾ ਕਿਵੇਂ ਹੈ ਜੀ? ਸਿਹਤ ਠੀਕ ਠਾਕ ਹੈ? ਬਿਲਕੁਲ ਠੀਕ ਹੈ। ਮੈਂ ਇਹ ਪੈਰ ਤੇ ਜ਼ਖਮ ਹੋਇਆ, ਸੋ ਮੈਂ ਥੋੜਾ ਜਿਹਾ ਰੈਸਟ ਕਰ ਰਹੀ ਹਾਂ ਅੱਜ ਕੱਲ। ਅੱਛਾ ਜੀ, ਉਹਦਾ ਪ੍ਰੋਪਰ ਤੁਸੀਂ ਟ੍ਰੀਟਮੈਂਟ ਲਓ, ਮਾਲਕ ਕਿਰਪਾ ਕਰੇਗਾ। ਮਾਨ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੋਈ ਵਿਚਾਰ ਚਰਚਾ ਕਰਨੀ ਚਾਹੁੰਦਾ ਹਾਂ, ਧਾਰਮਿਕ ਮੁੱਦਿਆਂ ਤੇ ਵੀ, ਸਮਾਜਿਕ ਵੀ ਤੇ ਸੱਭਿਅਕ ਗੱਲਾਂ ਵੀ ਤੁਹਾਡੇ ਨਾਲ ਕਰਾਂਗੇ ਜੀ। ਆਪਾਂ ਸੱਭਿਆਚਾਰ ਦੇ ਮਾਮਲੇ ਤੇ ਵੀ। ਇਸ ਵੇਲੇ ਮਾਨ ਸਾਹਿਬ, ਕੱਲ ਨੂੰ ਸਿੱਖ ਕੌਮ ਦਾ 36ਵਾਂ ਘੱਲੂਘਾਰਾ ਦਿਵਸ ਜਿਹੜਾ ਹੈ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾਣਾ ਸੀ। ਹਾਂਜੀ। ਤੇ ਪਹਿਲੀ ਵਾਰੀ ਹੋਇਆ ਕਿ ਇਸ ਵਾਰੀ ਕਰੋਨਾ ਮਹਾਮਾਰੀ ਦੇ ਫੈਲਣ ਕਰਕੇ ਸਿੱਖ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੱਡੀ ਗਿਣਤੀ 'ਚ ਇਕੱਤਰ ਨਹੀਂ ਹੋ ਸਕਦੇ। ਕਿਵੇਂ ਵੇਖ ਰਹੇ ਹੋ ਤੁਸੀਂ? ਜਿਹੜਾ ਕੱਲ ਦਾ ਦਿਨ ਹੈ ਜੀ ਸਾਡੇ ਲਈ ਬਹੁਤ ਅਫਸੋਸ ਦਾ ਦਿਹਾੜਾ ਹੈ ਕਿ ਇਸ ਦੇ 36 ਸਾਲ ਪਹਿਲਾਂ ਕਾਂਗਰਸ, ਬੀਜੇਪੀ, ਸੀਪੀਆਈ, ਸੀਪੀਐਮ, ਲੋਕ ਦਲ, ਸਾਰੇ ਜਿੰਨੇ ਵੀ ਹਿੰਦੂਤਵਾ ਦੇ ਲੋਕ ਹੈ, ਉਹਨਾਂ ਨੇ ਇਕੱਠੇ ਇੱਕ ਕਿਰਾਏ ਦੇ ਨਾਲ ਲੈ ਕੇ ਸਾਡੇ ਸਟੇਟਲੈਸ ਸਿੱਖਸ ਦੇ ਉੱਤੇ ਫੌਜੀ ਹਮਲਾ ਕੀਤਾ ਸੀ। ਅਫਸੋਸ ਇਸ ਦਾ ਵੀ ਹੈ ਕਿ ਬਰਤਾਨੀਆ ਦੀ ਵੀ ਫੌਜ ਇੰਦਰਾ ਗਾਂਧੀ ਦੇ ਨਾਲ ਰਲ ਗਈ ਤੇ ਸੋਵੀਅਤ ਯੂਨੀਅਨ ਦੀ ਵੀ ਫੌਜ ਨੂੰ ਬੁਲਾਇਆ ਗਿਆ। 3 ਪਰਮਾਣੂ ਹਥਿਆਰਾਂ ਨਾਲ ਲਾਂਸ ਫੌਜਾਂ ਸਟੇਟਲੈਸ ਸਿੱਖਸ ਦੇ ਨਾਲ ਇਹਨਾਂ ਨੇ ਸਾਡੇ ਦਰਬਾਰ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਹੈ। ਤੁਹਾਨੂੰ ਬਾਠ ਸਾਹਿਬ ਅਜੇ ਪਤਾ ਨਹੀਂ ਕਿ 1983 ਤੇ 1984 ਦੇ ਵਿੱਚ ਕੋਲਡ ਵਾਰ ਸਿਖਰਾਂ ਤੇ ਸੀਗਾ। ਅਮਰੀਕਾ, ਬਰਤਾਨੀਆ ਦਾ ਕਿਸੇ ਵੇਲੇ ਵੀ ਜੰਗ ਹੋ ਸਕਦਾ ਸੀ। ਸੋਵੀਅਤ ਯੂਨੀਅਨ ਤੇ ਉਹਨਾਂ ਦੇ 11 ਦੋਸਤ ਜਿਹੜੇ ਵੀ ਉਹਨਾਂ ਦੇ ਪਾਰਟਨਰ ਹੈਗੇ ਆ। ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇ ਇੰਨੀ ਉੱਚ ਪੱਧਰੀ ਦੇ ਉੱਤੇ ਇਹਨਾਂ ਦੀ ਦੁਸ਼ਮਣੀ ਵੱਧ ਗਈ ਸੀ ਰੂਸ, ਅਮਰੀਕਾ ਤੇ ਬਰਤਾਨੀਆ ਦੀ, ਇਹ ਆਏ ਸੀਗੇ ਜੰਗ ਦੇ ਮੈਦਾਨ ਦੇ ਵਿੱਚ ਨਿਊਕਲੀਅਰ ਵਾਰ ਦੇ। ਫਿਰ ਮਾਰਗਰੇਟ ਥੈਚਰ ਜਿਹੜੀ ਉਸ ਵੇਲੇ ਬਰਤਾਨੀਆ ਦੀ ਪ੍ਰਾਈਮ ਮਿਨਿਸਟਰ ਸੀ, ਉਸਨੇ ਰੂਸ ਦੀਆਂ ਫੌਜਾਂ ਦੇ ਨਾਲ ਸੋਵੀਅਤ ਯੂਨੀਅਨ ਦਾ ਡਿਫੈਂਸ ਮਿਨਿਸਟਰ ਉਹਨੇ ਦਿੱਲੀ ਬੈਠਾ ਰਿਹਾ, ਉਹਦੇ ਨਾਲ ਮਿਲ ਕੇ ਇੰਡੀਆ ਦੀ ਫੌਜ ਦੇ ਨਾਲ ਸਾਡੇ ਉੱਤੇ ਕਿਉਂ ਹਮਲਾ ਕੀਤਾ। ਇਹ ਗੱਲ ਅੱਜ ਪਾਰਲੀਮੈਂਟ ਬਰਤਾਨੀਆ ਦੇ ਵਿੱਚ ਵੀ ਸਾਡੇ ਸਿੱਖ ਮੈਂਬਰ ਨੇ ਚੱਕੀ ਹੈ। ਇਹ ਮੈਂ ਪੁੱਛਣਾ ਚਾਹੁੰਦਾ ਬਰਤਾਨੀਆ ਨੂੰ ਕਿ ਅਸੀਂ ਤੁਹਾਡੇ ਨਾਲ ਪਹਿਲੇ ਤੇ ਦੂਜੇ ਵਰਲਡ ਵਾਰ ਦੇ ਵਿੱਚ ਲੜੇ, ਤੁਹਾਡੇ ਨਾਲ ਕੈਂਪੇਨ ਜਿਹੜੀ ਤਿੱਬਤ ਤੇ ਲਾਸਾ ਚ ਗਈ ਸੀ, ਉੱਥੇ ਵੀ ਸਿੱਖ ਪਲਟਣਾ ਗਈਆਂ। ਅਫਗਾਨਿਸਤਾਨ ਦੇ ਵਿੱਚ ਵੀ ਅਸੀਂ ਅਲੈਦਾ ਵੀ ਲੜੇ, ਬਰਤਾਨੀਆ ਦੀ ਫੌਜ ਦੇ ਨਾਲ ਵੀ ਲੜੇ, ਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਏਸ਼ੀਆ ਦਾ ਥੀਏਟਰ, ਉੱਥੇ ਵੀ ਸਿੱਖ ਫੌਜਾਂ ਨੇ ਬਹੁਤ ਬਹਾਦਰੀ ਦੇ ਨਾਲ ਲੜੀਆਂ ਔਰ ਉੱਥੇ ਬਹਾਦਰੀ ਦੇ ਤਕਮੇ ਇਹਨਾਂ ਨੇ ਜਿੱਤੇ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬਰਤਾਨੀਆ ਨੇ ਜੇ ਇੱਕ ਕੁੱਤੇ ਦਾ ਵੈਰ ਸੀਗਾ ਸੋਵੀਅਤ ਯੂਨੀਅਨ ਦੇ ਨਾਲ, ਫਿਰ
ਇਹਨਾਂ ਨੇ ਦੋਨਾਂ ਨੇ ਮਿਲ ਕੇ ਇੰਡੀਆ ਦੇ ਨਾਲ ਸਾਡੇ ਉੱਤੇ ਹਮਲਾ ਕਿਉਂ ਕੀਤਾ? ਇਹ ਇੱਕ ਬਹੁਤ ਵੱਡੀ ਪੁੱਛਣ ਵਾਲੀ ਗੱਲ ਹੈ ਕਿ ਇਹਨਾਂ ਨੇ ਹਮਲਾ ਕਿਉਂ ਕੀਤਾ। ਤੇ ਅੱਜ ਇਹ ਕਹਿੰਦੇ ਆ ਅਸੀਂ ਆਜ਼ਾਦ ਆ, ਤਾਂ ਫਿਰ ਜੇ ਅਸੀਂ ਆਜ਼ਾਦ ਹੈਗੇ ਆ ਤਾਂ ਫਿਰ ਦਰਬਾਰ ਸਾਹਿਬ ਤੇ ਸਾਰੇ ਗੁਰਦੁਆਰਿਆਂ ਦੇ ਉੱਤੇ ਇੰਨੀ ਪੁਲਿਸ ਦਾ ਇੰਤਜ਼ਾਮ ਕਿਉਂ ਹੈ? ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਰੇਡਾਂ ਕਿਉਂ ਵੱਜ ਰਹੀ ਹੈ? ਕਿ ਜੇ ਅਸੀਂ ਆਜ਼ਾਦ ਹੈ ਕਿ ਸਿੱਖ ਫਿਰ ਆਪਣੀ ਐਨੀਵਰਸਰੀ ਮੈਮੋਰੀਅਲ ਨਹੀਂ ਉੱਥੇ ਮਨਾ ਸਕਦੇ ਦਰਬਾਰ ਸਾਹਿਬ, ਜਿੱਥੇ ਸਾਡੇ ਲੀਡਰਾਂ ਨੂੰ ਇਹਨਾਂ ਨੇ ਸ਼ਹੀਦ ਕਰਤਾ। ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ, ਜਨਰਲ ਸ਼ਬੇਗ ਸਿੰਘ ਨੂੰ, ਅਮਰੀਕ ਸਿੰਘ ਨੂੰ, ਹਾਰਾ ਸਿੰਘ ਨੂੰ ਸ਼ਹੀਦ ਕਰਤਾ। ਇਹਨਾਂ ਨੇ ਜੋ 25 ਤੋਂ 26 ਸਿੱਖ ਇਹ ਜੂਨ ਨੂੰ 5ਵੇਂ ਦਾ ਸ਼ਹੀਦੀ ਦਿਵਸ ਮਨਾਉਣ ਆਏ ਸੀ। ਬੱਚੇ ਵੀ ਸੀਗੇ, ਪਿੱਤ ਵੀ ਸੀਗੀ, ਬੀਬੀਆਂ ਵੀ ਅੱਜ ਚੀਨ ਲੈ ਕੇ ਆਇਆ, ਤੁਸੀਂ ਪੜ੍ਹੋ। ਇਹ ਹਿੰਦੂਤਵ ਦੇ ਲੋਕ ਕਹਿੰਦੇ ਹੈ ਕਿ ਚੀਨ ਤੋਪਾਂ ਕਿਉਂ ਵਿੱਚ ਲੈ ਕੇ ਆਇਆ। ਅਸੀਂ ਪੁੱਛਦੇ ਹਾਂ ਕਿ ਟੈਂਕ ਤੇ ਤੋਪਾਂ ਵੱਡੀਆਂ ਦਾ ਕੀ ਮਤਲਬ ਸੀ? ਸਾਡੇ ਇਹਨਾਂ ਨੇ ਕੀਤਾ। ਸਿੱਖਾਂ ਨੇ ਆਪ ਆਪਣੀ ਪ੍ਰਚਾਰਣੇ ਚਾਹ ਰਹੇ ਉਹ ਲੋਕਾਂ ਦੇ ਉੱਤੇ ਸਾਰਾ ਕੁਝ ਭੱਜੇ ਫਿਰਦੇ ਤੁਹਾਨੂੰ ਕਹੂੰਗਾ ਕਿ ਉਹਦੇ ਭੋਗ ਦੇ ਉੱਤੇ ਸਿੱਖ ਨਹੀਂ ਕਹੇਗਾ, ਤੇ ਸੰਸਕਾਰ ਦੇ ਉੱਤੇ ਕੋਈ ਨਹੀਂ ਗਿਆ, ਉਹਦੇ ਫੁੱਲ ਪਾਉਣ ਨੂੰ ਨਹੀਂ ਗਿਆ। ਫਿਰ ਜਨਰਲ ਰਣਜੀਤ ਸਿੰਘ ਦਿਆਲ ਉਹ ਮਰਿਆ ਉੱਥੇ ਪੰਚਕੂਲੇ ਦੇ ਵਿੱਚ, ਉੱਥੇ ਸਾਰੇ ਗੁਰਦੁਆਰਿਆਂ ਨੇ ਜਵਾਬ ਦੇਤਾ ਕਿ ਤੇਰਾ ਭੋਗ ਇਹਨਾਂ ਗੁਰਦੁਆਰਿਆਂ ਦੇ ਵਿੱਚ ਨਹੀਂ ਪਊਗਾ। ਸੋ ਸਾਡੇ ਵਿੱਚ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੀ ਲੀਡਰਸ਼ਿਪ ਦੀ ਇਹਨਾਂ ਨੇ ਕਤਲੇਆਮ ਕਰਤੀ ਹੈ, ਉਹ ਕਦੇ ਵੀ ਅਸੀਂ ਬਖਸ਼ ਨਹੀਂ ਸਕਦੇ ਹੈਗੇ, ਕਦੇ। ਸੋ ਮਾਨ ਸਾਹਿਬ, ਇਹ ਤਾਂ ਤੁਸੀਂ ਦੱਸ ਰਹੇ ਹੋ, ਬੜੀ ਵਧੀਆ ਜਾਣਕਾਰੀ ਹੈ। ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਕੱਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਾਂ ਇਕੱਤਰ ਨਹੀਂ ਹੋ ਸਕਦੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਜੀ ਹੋਣਾ ਵੀ ਕਿਹਾ ਘਰਾਂ 'ਚ ਰਹਿ ਕੇ ਆਪਣਾ ਘੱਲੂ ਘਰਾ ਦਿਵਸ ਜਿਹੜਾ ਮਨਾਇਆ ਜਾਵੇ। ਸੰਗਤਾਂ ਦੇ ਵਿੱਚ ਇੱਕ ਸ਼ਰਧਾ ਵੀ ਹੁੰਦੀ ਆ, ਇੱਕ ਰੋਸ ਵੀ ਹੈ ਸਰਕਾਰਾਂ ਪ੍ਰਤੀ ਜਿਹੜਾ ਕੱਲ ਦੇ ਦਿਨ ਪ੍ਰਗਟ ਕੀਤਾ ਜਾਂਦਾ ਹੈ। ਉਹ ਸੰਗਤਾਂ ਕਿੱਧਰ ਜਾਣ, ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ? ਸੰਗਤਾਂ ਨੂੰ ਜਾਣਾ ਚਾਹੀਦਾ ਹੈ, ਸੰਗਤ ਜਾ ਸਕਦੀ ਹੈ, ਪਰ ਕਿਉਂ ਕਰਕੇ ਕਰੋਨਾ ਵਾਇਰਸ ਹੈਗੀ ਹੈ, ਫਿਰ ਆਪਾਂ ਨੂੰ ਝਗੜੇ ਦੇ ਵਿੱਚ ਨਹੀਂ ਪੈਣਾ ਕਿਸੇ ਦੇ ਨਾਲ। ਇਹ ਮੇਰੀ ਬੇਨਤੀ ਹੈ। ਜਿੱਥੇ ਪੁਲਿਸ ਜਾਂ SGPC ਦੇ ਸੇਵਾਦਾਰ ਸਾਨੂੰ ਰੋਕਣਗੇ ਉੱਥੇ ਅਸੀਂ ਬੈਠ ਜਾਈਏ। ਜੇ ਇਹਨਾਂ ਨੇ ਘੋੜ ਸਵਾਰ ਲੈ ਕੇ ਆਂਦੇ ਤਾਂ ਬੈਠੇ ਬੈਠੇ ਲੇਟ ਜਾਈਏ। ਘੋੜੇ ਕਦੇ ਵੀ ਜਿਹੜਾ ਬੰਦਾ ਲੇਟਿਆ ਹੁੰਦਾ ਹੈ ਉਹਦੇ ਉੱਤੇ ਨਹੀਂ ਇਹ ਪੈਰ ਰੱਖਦਾ ਹੈਗਾ। ਸੋ ਬੜੇ ਅਮਨ ਪਸੰਦ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਅਸੀਂ ਦਿਖਾਈਏ ਕਿ ਸਾਡਾ ਰੋਹ ਹੈਗਾ, ਪਰ ਕਿਉਂ ਕਰਕੇ ਕਰੋਨਾ ਵਾਇਰਸ ਹੈ, ਅਸੀਂ ਬਿਲਕੁਲ ਕਿਸੇ ਰੂਲ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ। ਇਹ ਮੇਰਾ ਸੰਦੇਸ਼ ਹੈ। ਤੇ ਕਿਰਪਾ ਕਰਕੇ ਸਾਰੇ ਸਿੱਖ ਜਿਹੜੇ ਉੱਥੇ ਜਾ ਰਹੇ ਹੈ ਉਹ ਕਿਰਪਾ ਕਰਕੇ ਇਸ ਚੀਜ਼ ਨੂੰ ਮੰਨਣ ਦੀ ਕਿਰਪਾਲਤਾ ਕਰਨ। ਨਹੀਂ, ਜਥੇਦਾਰ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਦੇਸ਼ ਹੈ, ਫਿਰ ਆਪਾਂ ਉਹਦਾ ਵਿਰੋਧ ਕਰਾਂਗੇ ਜੀ? ਨਹੀਂ, ਅਸੀਂ ਵਿਰੋਧ ਨਹੀਂ ਕਰ ਰਹੇ, ਪਰ ਬੇਸ਼ੱਕ ਜਥੇਦਾਰ ਸਾਹਿਬ ਨੇ ਕਿਹਾ ਘਰਾਂ 'ਚ ਤੁਸੀਂ ਪਾਠ ਕਰ ਲਓ,
पर सिखा ने हटना नहीं। बाठ साहब रोकना तरीका सारे कि जरूर जिथे ਤੁਹਾਡੇ ਤੇ ਰੋਕ ਲੱਗੇ ਤੁਸੀਂ ਉਹਨਾਂ ਨੂੰ ਨਹੀਂ ਹੋਣਾ ਕਿਉਂ ਕਰਕੇ ਕਰੋਨਾ ਬਿਮਾਰੀ ऐसा जे ਤੁਸੀਂ ਬੈਠ ਜਾਣਾ ਤੇ ਬੈਠ। ਮਾਨ ਸਾਹਿਬ ਦੂਸਰੀ ਮੇਰਾ ਸਵਾਲ ਹੈ ਕਿ ਜਦੋਂ ਭਾਰੀ ਪੁਲਿਸ ਪ੍ਰਬੰਧ ਜਿਹੜੇ ਉੱਥੇ ਕੀਤੇ ਗਏ ਨੇ, ਕੋਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਐਂਟਰ ਨਾ ਹੋਵੇ, ਉਸ ਤੋਂ ਬਾਅਦ ਵੀ ਜਿਹੜੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕੰਪਲੈਕਸ ਦੇ 4 ਦਰਵਾਜ਼ੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਪਤਾ ਲੱਗਾ ਕਿ ਇੱਕ ਦਰਵਾਜ਼ਾ ਜਿਹੜਾ ਖੋਲ੍ਹਿਆ, ਬਾਕੀ 3 ਬੰਦ ਕੀਤੇ ਗਏ ਨੇ। ਇਹ ਕੀ ਕਾਰਨ ਹੈ ਕਿ ਪੁਲਿਸ ਦੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਅੰਦਰਲੇ ਦਰਵਾਜ਼ੇ ਬੰਦ ਕੀਤੇ ਆ? ਸਿੱਖਾਂ ਦੀ ਜਿਹੜੀ ਆਜ਼ਾਦ ਹੋਂਦ ਆ ਉਹਦੇ ਉੱਤੇ ਕਿਤੇ ਨਾ ਕਿਤੇ ਹਮਲਾ ਨਹੀਂ ਲੱਗਦਾ ਸਰਕਾਰ ਦਾ ਜੀ? ਗੱਲ ਬਿਲਕੁਲ ਠੀਕ ਹੈ। ਗੁਰੂ ਅਰਜਨ ਸਾਹਿਬ ਜਿਨ੍ਹਾਂ ਸਾਰੇ ਕੀਤੀ ਹੈ ਦਰਬਾਰ ਸਾਹਿਬ ਦੀ, ਉਹਨਾਂ ਨੇ 4 ਦਰਵਾਜ਼ੇ ਰੱਖੇ ਹੈ। ਹਿੰਦੂ ਧਰਮ ਦੇ ਵਿੱਚ ਜਾਤ ਪਾਤ ਹੈ, ਪਰ ਸਿੱਖ ਧਰਮ ਦੇ ਵਿੱਚ ਜਾਤ ਪਾਤ ਖਤਮ ਕਰਕੇ ਕੋਈ ਵੀ ਮਜ਼ਹਬ ਦਾ, ਕੋਈ ਵੀ ਜਾਤ ਦਾ ਉੱਥੇ ਪ੍ਰਵੇਸ਼ ਕਰ ਸਕਦਾ ਹੈ। ਤੇ ਇਹ 5ਵੇਂ ਪਾਤਸ਼ਾਹ ਦੀ ਜਿਹੜੀ ਸਾਰੀ ਕੀਤੀ ਹੋਈ ਹੈ, ਜੇ ਉਹਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹੈ ਤੇ ਅੱਜ ਵੀ ਮੈਂ ਧੰਨ ਸਾਹਿਬ ਤੇ ਕਰਨਾ ਰੋਕ ਸਿੱਖਾਂ ਉਹਨਾਂ ਨੂੰ ਦਿਓ, ਉਹ ਆਪਣਾ ਉਹ ਆਪਣੇ ਆਪ ਰੱਖਣ। ਜੇ ਉਹਨਾਂ ਤੇ ਇਹੋ ਜਿਹਾ ਜ਼ਬਰ ਨਹੀਂ ਕੀਤਾ ਜਾਊ। ਮਾਨ ਸਾਹਿਬ, ਲੋਕਾਂ 'ਚ ਇੱਕ ਇਹ ਵੀ ਰੋਸ ਪਾਇਆ ਜਾ ਰਿਹਾ ਕਿ ਬੇਸ਼ੱਕ ਕਰੋਨਾ ਵਾਇਰਸ ਜਿਹੜਾ ਮਹਾਂਮਾਰੀ ਬਣ ਕੇ ਫੈਲ ਰਿਹਾ ਆ ਵਿਸ਼ਵ ਪੱਧਰ ਤੇ, ਪੰਜਾਬ ਵੀ ਇਹਦੀ ਲਪੇਟ 'ਚ ਆ ਰਿਹਾ ਹੈ, ਪਰ ਕਰੋਨਾ ਵਾਇਰਸ ਦੀ ਆੜ ਹੇਠ ਸਿੱਖ ਵਿਰੋਧੀ ਏਜੰਸੀਆਂ, ਸਿੱਖ ਵਿਰੋਧੀ ਸਰਕਾਰਾਂ ਜਿਹੜੀਆਂ ਨੇ, ਉਹ ਸਿੱਖਾਂ ਨੂੰ ਜ਼ਲੀਲ ਕਰਨ ਦਾ ਕੋਈ ਵੀ ਮੌਕਾ ਨਹੀਂ ਹੱਥੋਂ ਜਾਣ ਦੇਣਾ ਚਾਹੁੰਦੀਆਂ। ਜਿਵੇਂ ਕਿ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਸਾਹਿਬ ਨੂੰ ਟਾਰਗੇਟ ਕੀਤਾ ਗਿਆ, ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸੰਗਤਾਂ ਨੂੰ ਟਾਰਗੇਟ ਕੀਤਾ ਗਿਆ, ਹੁਣ ਘੱਲੂਘਾਰਾ ਦਿਵਸ ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੀਆਂ ਸੰਗਤਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇਸ ਗੱਲ ਦੇ ਵਿੱਚ ਇਹਨਾਂ ਤੱਥਾਂ 'ਚ ਕਿੰਨੀ ਕੁ ਸੱਚਾਈ ਹੈ ਜੋ ਲੋਕਾਂ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਹੈ? ਉਸ ਬੰਦੇ ਦੇ ਉੱਤੇ ਇਹਨਾਂ ਦੇ ਉੱਤੇ ਵੀ ਇਲਜ਼ਾਮ ਹੈ, ਪਰ ਜਿੰਨੇ ਵੀ ਮੰਤਰ ਲੱਗੇ ਹੈ ਜੀ ਨੇ ਬਿਆਨ ਦਿੱਤਾ ਹੈ ਕਿ ਉਹਦੇ ਕੋਈ ਵੀ ਜਾ ਸਕਦਾ ਹੈ। ਮੇਰਾ ਬਹੁਤ ਸਹਿਮ ਹੈ ਉੱਤੇ ਅਧਿਕਾਰ ਤੌਰ ਤੇ ਕਰੇ ਫਾਸਲਾ ਨਾ ਕੇ ਸਿੱਖ ਡਿਊਟੀ ਕਰਿਉਣ, ਮੱਥਾ ਟੇਕਣ ਔਰ ਆਪਣੇ ਦਿਲ ਦੇ ਜਿਹੜੀ ਸ਼ਾਂਤੀ ਆਉਂਦੀ ਹੈ, ਸਬਰ ਆਉਂਦਾ ਹੈ, ਉਹ ਇੱਥੇ ਪ੍ਰਾਪਤ ਕਰਕੇ ਆ ਜਾ। ਦੂਸਰਾ ਮਾਨ ਸਾਹਿਬ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਸੋਚ ਨੂੰ ਸਮਰਪਿਤ ਹੋ ਤੁਸੀਂ? ਕਿਤੇ ਜੀ ਹੋ ਉਹਨਾਂ ਦੀ ਸੋਚ ਸਾਰੇ ਤਾਂ ਛੱਡ ਕੇ ਚਲੇ ਗਏ, ਉਹਨਾਂ ਦੀ ਟਕਸਾਲ ਚਲੀ ਗਈ, ਉਹਨਾਂ ਦੇ ਘਰ ਦੇ ਨਿੱਜੀ ਰਿਸ਼ਤੇਦਾਰ ਛੱਡ ਕੇ ਚਲੇ ਗਏ, ਬਾਦਲ ਦਲ ਨਾਲ ਚਲੇ ਗਏ, ਆਮ ਆਦਮੀ ਪਾਰਟੀ ਨਾਲ ਚਲੇ ਗਏ, ਬੀਜੇਪੀ RSS ਨਾਲ ਚਲੇ ਗਏ। ਮੈਂ ਤੇ ਮੇਰੀ ਪਾਰਟੀ ਤਾਂ ਉੱਥੇ ਖੜੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਅਸੀਂ ਤਾਂ ਖਿੱਚ ਤੇ ਮਸ ਨਹੀਂ ਕੀਤੀ ਅੱਜ ਤੱਕ। ਦੇਖੋ 36 ਸਾਲ ਹੈ, ਅਸੀਂ ਆਪਣੇ 36 ਸਾਲ ਹੰਢਾਏ ਹੈ, ਜਿਵੇਂ ਹੰਢਾਏ ਅਸੀਂ ਹੰਢਾਏ ਹੈ। ਸਾਡੇ ਤੇ ਜ਼ਬਰ ਹੋਇਆ, ਸਾਡੇ ਉੱਤੇ ਇਲਜ਼ਾਮ ਲੱਗੇ ਹੈ, ਸਾਰਾ ਕੁਛ ਹੋਇਆ, ਪਰ ਉਸ ਦੇ ਬਾਵਜੂਦ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਹੋ ਕੇ ਖੜੇ ਅੱਜ ਵੀ, ਤੇ 36 ਸਾਲ ਖੜੇ ਰਹੇ ਹੈ। ਉਹ ਸਾਡਾ ਜਿਸ ਨੇ ਆਪਣੀ ਦਰਬਾਰ
ਸਾਹਿਬ ਦੀ ਪਵਿੱਤਰਤਾ ਰੱਖਣ ਦੇ ਲਈ ਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਣ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿੱਥੇ ਸ਼ਹੀਦ ਹੋਏ ਹੈ। ਉਹ ਸਾਹਿਬ ਹੈ ਅਕਾਲ ਤਖ਼ਤ ਸਾਹਿਬ, ਉੱਥੇ ਜਦੋਂ ਲੜਾਈ ਉਹਨਾਂ ਦੇ ਸਿੱਕੇ ਦੇ ਉਹਨਾਂ ਦੀ ਛਾਤੀ ਲੱਗੀ ਹੈ। ਉਸ ਲਿਖਦਾ ਕਿ 1973 ਦੇ ਵਿੱਚ ਸਾਡੀ ਪਾਕਿਸਤਾਨ ਬਹੁਤ ਹੋਈ ਸੀ, ਬੰਗਲਾਦੇਸ਼ ਬਣੇ ਹੈ। ਇੰਡੀਆ ਦੀ ਫੌਜ ਨੇ ਫੌਜੀ ਉਹਦੇ ਜਰਨੈਲ ਨੇ ਆਪਣਾ ਪਿਸਤੌਲ ਜਨਰਲ ਅਰੋੜਾ ਸਾਹਿਬ ਨੂੰ ਫੜਾਇਆ, ਸਰੈਂਡਰ ਕਰਤਾ। ਉਹ ਅਠਾਰੀ ਕਹਿੰਦਾ ਕਿ ਜੇ ਸਾਡਾ ਜਰਨੈਲ ਨਾਜ਼ੀ, ਜਿਹਦਾ ਨਾਂ ਨਾਜ਼ੀ ਸੀ, ਉਹਦੀ ਚੀਚੀ ਦੇ ਉੱਤੇ ਚੀਰ ਆ ਜਾਂਦਾ, ਇੱਕ ਤੁਪਕਾ ਡਿੱਗ ਜਾਂਦਾ ਖੂਨ ਦਾ, ਤੇ ਅਸੀਂ ਮੰਨਦੇ ਕਿ ਇਸਨੇ ਇੰਡੀਆ ਦਾ ਸਾਹਮਣਾ ਕੀਤਾ। ਕਹਿੰਦਾ ਮਾਰੇ ਜਾਂਦੇ ਆ ਉਸ ਜਰਨੈਲ ਦੇ। ਉਹ ਜਰਨੈਲ ਸਿੰਘ ਭਿੰਡਰਾਂਵਾਲਾ, ਜਿਹਦੀ ਹਿੱਕ ਦੇ ਵਿੱਚ 76 ਗੋਲੀਆਂ ਵੱਜੀਆਂ ਤੇ ਉਸਨੇ ਅਖੀਰਲੇ ਦਮ ਤੱਕ ਆਪਣਾ ਸਾਹ ਨਹੀਂ ਛੱਡਿਆ, ਆਪਣਾ ਦਮ ਨਹੀਂ ਛੱਡਿਆ, ਆਪਣਾ ਮਜ਼ਹਬ ਨਹੀਂ ਛੱਡਿਆ, ਆਪਣੀ ਕੌਮ ਨਹੀਂ ਛੱਡੀ। ਪਰ ਮਾਨ ਸਾਹਿਬ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਆਪਣੇ ਜੀਵਨ ਕਾਲ 'ਚ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ। ਤੁਸੀਂ ਕਿਹਾ ਉਹਨਾਂ ਦੀ ਸੋਚ ਨੂੰ ਸਮਰਪਿਤ ਹੋ, ਪਰ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ। ਉਹਨਾਂ ਦੀਆਂ ਟੇਪਾਂ ਸੁਣ ਲਓ ਜੀ, ਤੁਹਾਨੂੰ ਆ ਕੇ ਕਿਸੇ ਦਿਨ ਸੁਣਾ ਦਾਂਗੇ। ਜਿਹੜੀਆਂ ਟੇਪਾਂ ਹੈਗੀਆਂ ਉਹਨਾਂ ਦੇ ਬਚਨਾਂ ਦੇ ਵਿੱਚ ਹੀ ਸੁਣਾ ਦਾਂਗੇ ਕਿ ਖਾਲਿਸਤਾਨ ਉਹਨਾਂ ਨੇ ਮੰਗਿਆ। ਅੱਛਾ, ਜੇ ਨਹੀਂ ਵੀ ਮੰਗਿਆ ਫਿਰ ਅਸੀਂ ਮੰਗਦੇ ਹੈਗਾ ਉਹਨਾਂ ਦੀ ਪਛਾਣ ਕਰਕੇ, ਉਹਨਾਂ ਦੀ ਆਦਤ ਕਰਕੇ, ਉਹਨਾਂ ਨਾਲ ਸੰਬੰਧੀ ਹੋ ਕੇ, ਨਾਲ ਚੱਲ ਕੇ ਖਾਲਿਸਤਾਨ ਦੀ ਡਿਮਾਂਡ ਅਕਾਲੀ ਦਲ ਅੰਮ੍ਰਿਤਸਰ ਨੇ ਕਰਤੀ। ਸੰਤਾਂ ਦੀਆਂ ਟੇਪਾਂ ਪੜ੍ਹੋ। ਅੱਛਾ, ਜੇ ਨਹੀਂ ਵੀ ਕੀਤਾ ਫਿਰ ਮੈਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਹਾਂ, ਤੁਸੀਂ ਹੁਣ ਗੁਲਾਮ ਰਹਿਣਾ ਚਾਹੁੰਦੇ? ਜਿਹੜੀ ਕੌਮ ਨੇ ਤੁਹਾਡਾ ਜਿੱਤਿਆ ਹੋਇਆ ਲਦਾਖ 1834 ਦੇ ਵਿੱਚ ਖਾਲਸਾ ਦਰਬਾਰ ਨੇ ਫਤਿਹ ਕੀਤਾ ਸੀ ਲਦਾਖ, ਅੱਜ ਉੱਥੇ ਲਟਾਤਾ ਚੀਨੀ ਵਾੜ ਤੇ ਹੈ। ਕਸ਼ਮੀਰ 1819 ਦੇ ਵਿੱਚ ਲਾਹੌਰ ਦਰਬਾਰ ਖਾਲਸੇ ਨੇ ਸਾਰਾ ਸੂਬਾ ਕਸ਼ਮੀਰ ਦਾ, ਜਿਹੜਾ ਪਹਿਲਾਂ ਅਫਗਾਨਿਸਤਾਨ ਦਾ ਪੂਰਾ ਸੂਬਾ ਸੀ, ਉਹ ਫਤਿਹ ਕੀਤਾ। ਇਹਨਾਂ ਨੇ ਸਾਨੂੰ ਉਜਾੜਤਾ। 1947 ਦੇ ਵਿੱਚ ਰੈੱਡ ਕਲਿਫ ਲਾਈਨ ਖੜੀ ਕਰਤੀ ਨਹਿਰੂ ਗਾਂਧੀ ਨੇ, ਅੰਗਰੇਜ਼ਾਂ ਨੇ। ਸਾਡੀ ਜਿਹੜੀ ਹੋਮਲੈਂਡ ਪੰਜਾਬ ਹੈ ਉਹਦੇ 2 ਹਿੱਸੇ ਕਰਤੇ, ਔਰ 1966 ਦੇ ਵਿੱਚ ਰਹਿੰਦਾ ਖੁੱਲਦਾ ਜਿਹੜਾ ਪੰਜਾਬ ਸੀਗਾ ਉਹ ਹਰਿਆਣੇ ਨੂੰ ਦੇ ਦਿੱਤਾ, ਹਿਮਾਚਲ ਨੂੰ ਦੇ ਦਿੱਤਾ। ਸਾਡੀ ਰਾਜਧਾਨੀ ਜਿਹੜੀ ਲਾਹੌਰ ਸੀ, ਚੰਡੀਗੜ੍ਹ ਉਸ ਦੇ ਬਦਲੇ ਬਣਾਇਆ ਸੀ। ਇਹ ਲਿਖਤੀ ਤੌਰ ਤੇ ਨਹਿਰੂ ਨੇ ਕਿਹਾ, ਉਹ ਵੀ ਅੱਜ ਯੂਨੀਅਨ ਟੈਰੀਟਰੀ ਹੈ। ਸਾਨੂੰ ਮਿਲਿਆ ਕੀ ਹੈ? ਜ਼ਲਾਲਤ ਤੋਂ ਬਗੈਰ। ਜਦ ਸਾਡੇ ਸਿਆਸਤਦਾਨਾਂ ਨੂੰ ਬੁਰਕੀ ਪਾ ਦਿੰਦੇ ਹੈ, ਉਹ ਇਹਨਾਂ ਦੇ ਸਗੇ ਬਣ ਜਾਂਦੇ ਹੈ। ਪਰ ਅੱਜ ਸਾਡਾ ਹਾਲ ਕੀ ਹੈ? ਗਰੀਬੀ, ਗਰੀਬੀ, ਗਰੀਬੀ। ਸਾਡੇ ਨੌਜਵਾਨ ਲੋਕ ਹਿਜਰਤ ਕਰ ਗਏ ਇਸ ਜ਼ੁਲਮ ਨੂੰ ਦੇਖ ਕੇ ਬਾਹਰ ਦੇ ਮੁਲਕਾਂ ਦੇ ਵਿੱਚ, ਤੇ ਉੱਥੇ ਵੀ ਸਿੱਖਾਂ ਦੀ ਆਓ ਭਗਤ ਹੋ ਰਹੀ ਹੈ। ਦੇਖੋ ਸਾਰੀ ਦੁਨੀਆ ਦੇ ਵਿੱਚ ਕਿਵੇਂ ਲੰਗਰ ਸਿੱਖਾਂ ਨੇ ਵਰਤਾਏ ਹੈ। ਅਮਰੀਕਾ ਦੇ ਵਿੱਚ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਰੋਨਾ ਵਾਇਰਸ ਦੀ, ਤਾਂ ਵੀ ਇਹਨਾਂ ਨੇ ਲੰਗਰ ਗਰੀਬਾਂ ਨੂੰ ਕੱਪੜੇ ਦਿੱਤੇ, ਬਿਸਤਰੇ ਦਿੱਤੇ ਹੈ। ਮਤਲਬ ਇਹੋ ਜਿਹੀ ਜੇ ਸੰਤਾਂ ਨੇ ਨਾ ਕਿਹਾ ਉਹ। ਇਹ ਮਾਨ ਸਾਹਿਬ, ਦੂਸਰੀ ਗੱਲ ਹੈ ਕਿ ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਿੱਖਾਂ ਦਾ ਸੁਪਰੀਮ ਪਾਵਰ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।
ਜਦੋਂ ਤੁਸੀਂ ਅੱਜ ਤੋਂ ਕਾਫੀ ਸਮਾਂ ਪਹਿਲਾਂ 2-3 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਘੱਲੂਘਾਰਾ ਦਿਸਦੇ ਖਾਲਿਸਤਾਨ ਦੇ ਨਾਅਰੇ ਲੱਗੇ ਸੀ, ਤਾਂ ਉਸ ਵੇਲੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਗੱਲ ਕਹਿੰਦਾ ਸੀ ਕਿ ਇਸ ਵਾਰ ਜਿਹੜਾ ਪਿਛਲੀ ਵਾਰ ਨਾਲੋਂ ਖਾਲਿਸਤਾਨ ਦੇ ਨਾਅਰੇ ਘੱਟ ਲੱਗੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਆ ਇੱਥੇ ਵੀ ਪਾਬੰਦੀ ਲਾ ਦੇਵਾਂਗੇ, ਕੋਈ ਵੀ ਇੱਥੇ ਖਾਲਿਸਤਾਨ ਦਾ ਨਾਅਰਾ ਨਹੀਂ ਲਗਾਏਗਾ। ਤੁਸੀਂ ਦੱਸੋ ਕਿ ਤੁਸੀਂ ਇਕੱਲੇ ਲੜਾਈ ਲੜ ਰਹੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਜੰਗ ਜਿੱਤ ਲਓਗੇ? ਜਿੱਤੀਏ ਨਾ ਜਿੱਤੀਏ ਉਹ ਇਤਿਹਾਸ ਦੱਸੂਗਾ। ਇਤਿਹਾਸ ਇਹ ਵੀ ਦੱਸੂਗਾ ਕਿ ਅਸੀਂ ਲੜੇ ਹੈ ਚੀਜ਼ ਦੇ ਦਮ ਤੱਕ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਲੜੇ ਹੈ। ਔਰ ਇਹਨਾਂ ਦਾ ਦਬਾਅ ਸੈਂਟਰ ਦੀ ਸਰਕਾਰ ਦੇ ਉੱਤੇ ਬਹੁਤ ਹੈ, SGPC ਦੇ ਉੱਤੇ 6 ਸਾਲ ਹੋ ਗਏ ਹੈ। ਜੇ ਸਿੱਖ ਕੌਮ ਜਮਹੂਰੀਅਤ ਦੇ ਵਿੱਚ ਮੰਨਦੀ ਹੈ, ਮੈਂ ਪੁੱਛਣਾ ਚਾਹੁੰਦਾ ਕਿ ਸਿੱਖ ਕੌਮ ਨੂੰ ਅਜੇ ਤੱਕ ਅਸੀਂ ਡਿਮਾਂਡ ਕਿਉਂ ਨਹੀਂ ਕੀਤਾ ਕਿ ਸਾਡੀ ਸਿੱਖ ਪਾਰਲੀਮੈਂਟ SGPC ਦੇ ਇਲੈਕਸ਼ਨ ਕਿਉਂ ਨਹੀਂ ਹੋ ਰਹੇ? ਪਰ ਜੇ ਵੀ ਪ੍ਰਧਾਨ ਕਿਸੇ ਨੇ ਕਿਹਾ ਹੋਇਆ ਖਾਲਿਸਤਾਨ ਦੇ ਨਾਅਰੇ ਲੱਗੇ ਹੈ, ਅੱਜ ਉਹਨਾਂ ਨੂੰ ਪੁੱਛ ਲਓ, ਉਹ ਖਾਲਿਸਤਾਨ ਦੇ ਵਿਰੁੱਧ ਨਾ ਜਥੇਦਾਰ ਸਾਹਿਬ ਬੋਲਣਗੇ ਨਾ ਪ੍ਰਧਾਨ ਸਾਹਿਬ ਬੋਲਣਗੇ, ਕੋਈ ਨਹੀਂ ਬੋਲੂਗਾ ਖਾਲਿਸਤਾਨ ਦੇ ਖਿਲਾਫ। ਕਿਸੇ ਨੂੰ ਪੁੱਛ ਲਓ। ਜਿਹੜੇ ਲੋਕ ਹਕੂਮਤ ਦੇ ਨਾਲ, ਹਿੰਦੂਤਵਾ ਦੇ ਨਾਲ ਲੱਗੇ ਹੈ, ਉਹ ਜ਼ਰੂਰ ਕਹਿ ਸਕਦੇ ਹੈ, ਪਰ ਕੋਈ ਵੀ ਸਿੱਖ ਜਿਹੜਾ ਆਪਣੀ ਮਾਂ ਦਾ ਪੁੱਤ ਹੈ ਉਹ ਨਹੀਂ ਕਹਿ ਸਕਦਾ ਕਿ ਸਾਨੂੰ ਅੱਜ ਆਜ਼ਾਦੀ ਤੇ ਖਾਲਿਸਤਾਨ ਨਹੀਂ ਚਾਹੀਦਾ। ਤਾਂ ਮਾਨ ਸਾਹਿਬ ਤੁਸੀਂ ਪਿੰਡਾਂ 'ਚ ਵੀ ਗਏ ਹੋ, ਖਾਲਿਸਤਾਨ ਦੇ ਨਾਂ ਤੇ ਤੁਸੀਂ ਇਲੈਕਸ਼ਨਾਂ ਵੀ ਲੜੀਆਂ ਨੇ, ਪਰ ਲੋਕਾਂ ਦਾ ਕੋਈ ਬਹੁਤਾ ਸਮਰਥਨ ਨਹੀਂ ਮਿਲਿਆ। ਲੱਗਦਾ ਨਹੀਂ ਹੈ ਕਿ ਲੋਕ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਇੱਕ ਬੜਾ ਵੱਡਾ ਸੰਤਾਪ ਪਿਛਲੇ ਸਮੇਂ 'ਚ ਹੰਢਾਇਆ ਖਾਲਿਸਤਾਨ ਨੂੰ ਲੈ ਕੇ? ਉਹ ਲੋਕਾਂ ਦਾ ਤੁਹਾਨੂੰ ਸਮਰਥਨ ਕਿਉਂ ਨਹੀਂ ਮਿਲਿਆ? ਕੀ ਇਹ ਕਾਰਨ ਸੀ ਕਿ ਲੋਕ ਖਾਲਿਸਤਾਨ ਪੱਖੀ ਨਹੀਂ ਰਹੇ ਪਿੰਡਾਂ ਦੇ ਵਿੱਚ? ਸਭ ਸੇਮ ਬਹੁਤ ਹੈ, ਲੋਕੀ ਡਰੇ ਹੋਏ ਹੈ, ਇੰਨਾ ਦਬਾਅ ਹੋਇਆ ਤਦੇ ਹਿਜਰਤ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਬਾਹਰ ਚਲੇ ਗਏ ਹੈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ। ਜਿਹੜਾ ਲੀਡਰ ਹੁੰਦਾ ਹੈ ਉਹ ਇੱਕ ਪ੍ਰੋਗਰਾਮ ਦਿੰਦਾ ਹੈ, ਲੋਕ ਉਹਦੇ ਪਿੱਛੇ ਚੱਲਦੇ ਹੈ। ਲੀਡਰ ਲਹਿਦਾ ਹੁੰਦਾ ਹੈ, ਉਹ ਇੱਕ ਪ੍ਰੋਗਰਾਮ ਦਿੰਦਾ ਹੈ, ਲੋਕ ਉਹਨੂੰ ਮੰਨ ਕੇ ਚੱਲਦੇ ਹੈ। ਤੇ ਮੈਨੂੰ ਪੂਰੀ ਆਸ ਹੈ ਕਿ ਲੋਕ ਚੱਲਣਗੇ। ਅੱਜ ਕੋਈ ਵੀ ਸਿੱਖ ਕਹਿਣ ਦੇ ਲਈ ਤਿਆਰ ਨਹੀਂ ਕਿ ਅਕਾਲੀ ਦਲ ਅੰਮ੍ਰਿਤਸਰ ਇੱਕ ਮਾੜੀ ਪਾਰਟੀ ਹੈ। ਇਸ ਨੇ ਆਪਣੇ ਨਿਸ਼ਾਨੇ ਦੇ ਉੱਤੇ ਜੋ ਪ੍ਰਣ ਕੀਤੇ ਸੀ 1984 ਤੋਂ ਬਾਅਦ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੁਕਮ ਤੋਂ ਬਾਅਦ, ਉਹਦੇ ਤੇ ਚਲਦੀ ਆ ਰਹੀ ਹੈ। ਬਾਕੀ ਕਈ ਪਾਰਟੀਆਂ ਉੱਭਰੀਆਂ ਜਿਨ੍ਹਾਂ ਨੇ ਖਾਲਿਸਤਾਨ ਕਹਿ ਕੇ ਸਿੱਖਾਂ ਨੂੰ ਧੋਖਾ ਦਿੱਤਾ, ਅੱਜ ਉਹ ਵੀ ਖਤਮ ਹੋ ਗਈਆਂ। ਅੱਜ ਕੋਈ 2020, ਕੋਈ ਪੰਜ ਪ੍ਰਧਾਨੀ, ਕੋਈ ਇਹੋ ਜਿਹੀ ਵਲੈਤ ਦੀ ਬੱਬਰ ਖਾਲਸਾ ਫੈਡਰੇਸ਼ਨ, ਇਹਨਾਂ ਦੇ ਵਿੱਚ ਲੋਕਾਂ ਦਾ ਤੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਹੈ, ਇਹਨਾਂ ਤੇ ਹੁਣ ਵਿਸ਼ਵਾਸ ਲੋਕਾਂ ਦਾ ਟੁੱਟ ਗਿਆ ਸੀ। ਤਾਂ ਵੀ ਜੇ ਤੁਸੀਂ ਕਹਿੰਦੇ ਹੋ ਕਿ ਲੋਕ ਸਾਡੇ ਆਖੇ ਨਹੀਂ, ਅਸੀਂ ਬਗੈਰ ਹਥਿਆਰਾਂ ਤੇ ਪਿੰਡ ਦੇ ਵਿੱਚ ਜਾਂਦੇ ਆ। ਪਿੰਡਾਂ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਵਿਰੋਧ ਹੈ ਉਹ ਤਾਂ ਫੌਜ ਤੇ ਪੈਰਾਮਿਲਟਰੀ ਫੌਜ ਦੇ ਨਾਲ ਲੱਦੇ ਹੋਏ ਜੀਪਾਂ ਜਿਪਸੀਆਂ ਦੇ ਨਾਲ, ਸਟੇਨ ਗੰਨਾਂ ਨਾਲ, ਕਾਰਬਾਈਨਾਂ ਨਾਲ ਜਾਂਦੇ ਹੈ। ਜੇ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਹੋਣ ਤਾਂ ਮੇਰਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਤੁਸੀਂ ਆਪ ਸਿਆਣੇ ਬੰਦੇ, ਤੁਸੀਂ ਜਰਨਲਿਸਟ ਹੋ, ਤੁਸੀਂ ਦੁਨੀਆ ਨੂੰ ਬਦਲਾਉਣਾ। ਤੁਸੀਂ ਜਿਹੜੇ ਜਰਨਲਿਸਟ ਹੁੰਦੇ ਹੈ ਉਹ ਚੈਕਸ ਐਂਡ ਬੈਲੈਂਸਿਸ ਰੱਖਦੇ ਆ ਹਕੂਮਤ ਦੇ, ਕਿ ਜਦੋਂ ਜ਼ਬਰ ਜ਼ਿਆਦਾ ਹੋਣ ਲੱਗ ਪਏ, ਜਿਵੇਂ ਹੁਣ ਛੱਤੀਸਗੜ੍ਹ ਹੈ, ਜਿਵੇਂ ਹੁਣ ਮਹਾਰਾਸ਼ਟਰ ਹੈ, ਜਿਵੇਂ ਬਿਹਾਰ ਹੈ, ਜਿਵੇਂ ਉੜੀਸਾ ਹੈ, ਉੱਥੇ ਫੌਜਾਂ ਲੱਗੀਆਂ, ਪੈਰਾਮਿਲਟਰੀ ਫੋਰਸਿਸ, ਜਿਹੜੇ ਸਾਡੇ ਆਦਿਵਾਸੀ ਹੈ ਉਹਨਾਂ ਨੂੰ ਮਾਰੀ ਜਾਣ ਦੇ ਗਏ ਹੈ। ਸਿੱਖਾਂ ਨਾਲ ਇਹਨਾਂ ਨੇ ਤਬਾਹੀ ਫੈਲਾਤੀ ਹੈ। ਤੇ ਤੁਸੀਂ ਦੇਖੋ ਅੱਜ ਚੀਨ ਦੀ ਫੌਜ ਲਦਾਖ ਦੇ ਇੰਡੀਆ ਦੇ ਅੰਦਰ ਆ ਗਈ ਹੈ, ਪਰ ਕੋਈ ਵੀ ਇਹਨਾਂ ਦਾ ਲੀਡਰ
प्रेसिडेंट ऑफ इंडिया, प्राइम मिनिस्टर, वाइस प्रेसिडेंट, होम मिनिस्टर ਜਿਹੜੀ ਛਿੱਲ ਲਾ ਦਿੰਦਾ ਬੰਦਿਆਂ ਦੀ, ਅਮਿਤ ਸ਼ਾਹ, ਕੋਈ ਗੱਲ ਕਰ ਨਹੀਂ ਰਹੇ। ਨਾ ਇਹਨਾਂ ਦੇ ਜਰਨੈਲ ਬੋਲਦੇ ਹੈ ਚੀਨ ਦੇ ਖਿਲਾਫ, ਚੁੱਪ ਕੀਤੇ ਹੋਏ ਹੈ। ਕਿਉਂ ਕੀਤੇ ਹੋਏ ਹੈ? ਕਿਉਂ ਕਰਕੇ ਇਹਨਾਂ ਨੇ ਜ਼ੁਲਮ ਕੀਤੇ ਹੈ। ਅੱਜ ਇੰਡੀਆ ਦੇ ਵਿੱਚ ਵੀ ਇਹ ਜ਼ੁਲਮ ਕਰਦੇ ਹੈ। ਇਹਨਾਂ ਦੇ ਨਾਲ ਕੋਈ ਮੁਸਲਮਾਨ ਨਹੀਂ, ਜਿਵੇਂ ਇਹਨਾਂ ਨੇ ਉੱਥੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਹੈ। ਅੱਜ 19.5 ਲੱਖ ਮੁਸਲਮਾਨ ਅਸਾਮ ਦੇ ਵਿੱਚ ਕੈਂਪਾਂ ਦੇ ਵਿੱਚ ਇੰਡੀਆ ਨੇ ਕੈਦ ਕੀਤਾ ਹੋਇਆ। ਇਹਨਾਂ ਦੇ ਨਾਲ ਕੋਈ ਅੱਜ ਚੱਲਣ ਨੂੰ ਤਿਆਰ ਨਹੀਂ ਹੈ। ਨਾ ਇਹਨਾਂ ਦੇ ਲੀਡਰ ਬੋਲ ਸਕਦੇ ਹੈ। ਤੁਸੀਂ ਜਦ ਦੀ ਚੀਨ ਦੀ ਫੌਜ ਲਦਾਖ ਦੇ ਵਿੱਚ ਐਂਟਰ ਕੀਤੀ ਹੈ, ਇੱਕ ਦਾ ਵੀ ਮੈਨੂੰ ਬਿਆਨ ਦੱਸ ਦਿਓ ਕਿ ਅਸੀਂ ਉਹਦਾ ਮੁਕਾਬਲਾ ਕਰਾਂਗੇ ਜਾਂ ਚੀਨ ਦੇ ਖਿਲਾਫ ਬੋਲਾਂਗੇ। ਇੱਕ ਨੇ ਵੀ ਨਹੀਂ ਬੋਲਿਆ ਹੈ, ਇੱਕ ਨੇ ਵੀ। ਸਾਰੇ ਡਰੇ ਪਏ ਹੈ। ਇਹਨਾਂ ਦੇ ਜਿਹੜੇ ਨਿਊਕਲੀਅਰ ਬੰਕਰ ਹੈ ਉਹਨਾਂ ਦੇ ਵਿੱਚ ਬੜੇ ਹੋਏ ਹੈ। ਇਹਨਾਂ ਨੇ ਆਪਣੇ ਪਰਿਵਾਰ ਦਿੱਲੀ ਤੋਂ ਬਾਹਰ ਭੇਜ ਦਿੱਤੇ ਹੈ ਕਿ ਜੇ ਪਰਮਾਣੂ ਅਟੈਕ ਹੋ ਗਿਆ ਤੇ ਸਾਡੇ ਪਰਿਵਾਰ ਬਚ ਜਾਣਗੇ। ਇਹੋ ਜਿਹੀ ਕਾਇਰਤਾ ਮੈਂ ਕਦੇ ਕਿਸੇ ਹੁਕੂਮਤ ਦੇ ਵਿੱਚ ਨਹੀਂ ਦੇਖੀ। ਇਹ ਡਰੇ ਫਿਰਦੇ ਹੈ ਤੇ ਸਿੱਖਾਂ ਨੂੰ ਹੁਣ ਉੱਠਣਾ ਚਾਹੀਦਾ ਹੈ ਕਿ ਅਸੀਂ ਆਪਣਾ ਹੱਕ ਜਮਾਉਣਾ ਹੈ ਅਮਨ ਪਸੰਦ ਤਰੀਕੇ ਦੇ ਨਾਲ ਔਰ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ। ਦੂਸਰਾ ਮਾਨ ਸਾਹਿਬ, ਲੋਕਾਂ ਦਾ ਇੱਕ ਇਹ ਵੀ ਤੁਹਾਡੇ ਤੇ ਸਵਾਲ ਲੋਕ ਖੜਾ ਕਰਦੇ ਨੇ ਕਿ ਜਦੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਔਰ ਤੁਸੀਂ ਵੱਡੀ ਗਿਣਤੀ 'ਚ ਉੱਥੇ ਨੌਜਵਾਨਾਂ ਨੂੰ ਲੈ ਕੇ, ਆਪਣੇ ਦਲ ਨੂੰ ਲੈ ਕੇ ਪਹੁੰਚਦੇ ਹੋ, ਉਹ ਲੋਕ ਇਹ ਸਵਾਲ ਉਠਾਉਂਦੇ ਨੇ ਕਿ ਸਿਰਫ 6 ਜੂਨ ਨੂੰ ਕਿਉਂ ਪਹੁੰਚਦੇ ਹੋ? ਉਸ ਤੋਂ ਪਹਿਲਾਂ ਤੁਸੀਂ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਹੁਣ ਨਹੀਂ ਕਰਦੇ। ਪਿੰਡਾਂ 'ਚ ਜਾ ਕੇ ਜਾਂ ਚੁਰਾਇਆਂ 'ਚ ਜਾਂ ਮੀਟਿੰਗਾਂ 'ਚ ਜਾਂ ਦੌਰ 'ਚ ਤੁਸੀਂ ਅਜਿਹਾ ਕੋਈ ਪ੍ਰੋਗਰਾਮ ਨਹੀਂ ਲਿਖਦੇ, ਸਿਰਫ ਇੱਕੋ ਦਿਨ ਚੁਣਿਆ ਜਦੋਂ ਉੱਥੇ ਨਰ ਲੱਗਦੇ ਫਿਰ ਤੁਸੀਂ ਭਾਰੀ ਪੁਲਿਸ ਪ੍ਰਬੰਧਾਂ ਦੇ ਵਿੱਚ ਤੁਸੀਂ ਮੁੜ ਕੇ ਉੱਥੋਂ ਨਿਕਲ ਜਾਂਦੇ ਹੋ ਔਰ ਜਿਹੜੇ ਬਾਕੀ ਨੌਜਵਾਨ ਵੱਜਦੇ ਉਹਨਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਕਹਿ ਲਓ ਜਾਂ ਉਹ ਕੀ ਉਹਨੂੰ ਮੈਨੂੰ ਨਾਂ ਭੁੱਲ ਗਿਆ ਜੀ, ਉਹ ਤੇ ਤਸ਼ੱਦਦ ਢਾਉਂਦੀ ਹੈ, ਪੁਲਿਸ ਵੀ ਤਸ਼ੱਦਦ ਢਾਉਂਦੀ ਹੈ, ਫਿਰ ਤੁਸੀਂ ਉਹਨਾਂ ਨੌਜਵਾਨਾਂ ਦੀ ਬਾਂਹ ਨਹੀਂ ਫੜਦੇ। ਕੀ ਕਾਰਨ ਹੈ? ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਜਿਹੜੇ 2020 ਦੇ ਬੰਦੇ ਫਸੇ ਹੈ। ਅਸੀਂ ਵੀ ਸਾਡੀ ਅਕਾਲੀ ਦਲ ਅੰਮ੍ਰਿਤਸਰ ਕਰਦੀ ਉਹਨਾਂ ਦਾ ਪਿੱਛਾ ਕਰਨਾ, ਸਾਰੇ ਪਾਸੇ ਅਸੀਂ ਜਾਂਦੇ ਹਾਂ। ਕਿਹੜਾ ਕਹਿੰਦਾ ਕਿ ਅਸੀਂ ਇਹ ਉੱਥੇ ਜਾ ਕੇ ਸਪੀਚ ਦੇ ਕੇ ਮੁੜ ਆਉਂਦੇ ਹੈ। ਜਿੰਨਾ ਚਿਰ ਰਸਮ ਖਤਮ ਨਹੀਂ ਹੁੰਦੀ ਅਕਾਲ ਤਖਤ ਸਾਹਿਬ ਦੀ, ਉਨਾ ਚਿਰ ਉੱਥੇ ਹੀ ਬੈਠੇ ਰਹਿੰਦੇ ਆ। ਬਾਟ ਸਾਹਿਬ, ਤੁਹਾਨੂੰ ਅਜੇ ਕਿਸੇ ਚੀਜ਼ ਦਾ ਪਤਾ ਨਹੀਂ ਹੈ, ਕਿਉਂ ਕਰਕੇ ਤੁਸੀਂ ਇਸ ਲੜਾਈ, ਇਸ ਆਜ਼ਾਦੀ ਦੇ ਜੰਗ ਦੇ ਵਿੱਚ ਨਹੀਂ ਰਹੇ। ਸਾਡੀ ਵੈਬਸਾਈਟ ਦੇਖ ਲਓ, ਮੇਰਾ ਪੇਜ ਦੇਖ ਲਓ। ਕਿਹੜਾ ਦਿਨ ਹੈ ਜਿਹੜਾ ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਹੈਗੇ? ਰੋਜ਼ ਕਰਦੇ ਹੈ ਔਰ ਕੱਲ ਵੀ ਹੋਊਗੀ। ਮਾਨ ਸਾਹਿਬ, ਇੱਕ ਅਸੀਂ ਦੌਰ ਵੇਖ ਚੁੱਕੇ ਹਾਂ, ਹਥਿਆਰਾਂ ਵਾਲਾ ਦੌਰ ਵੇਖ ਚੁੱਕੇ ਹਾਂ, ਤਲਵਾਰਾਂ ਵਾਲਾ ਦੌਰ ਵੇਖ ਚੁੱਕੇ। ਸਾਨੂੰ ਖਾਲਿਸਤਾਨ ਨਹੀਂ ਮਿਲਿਆ, ਬਰਾਬਰ ਦਾ ਦਰਜਾ ਨਹੀਂ ਮਿਲਿਆ। ਹੁਣ ਵੀ ਤਲਵਾਰਾਂ ਲਹਿਰਾਉਣ ਨਾਲ ਖਾਲਿਸਤਾਨ ਬਣ ਜਾਏਗਾ ਜੀ? ਜਿਵੇਂ ਆਪਾਂ ਘੱਲੂਘਾਰਾ ਦਿਵਸ ਤੇ ਤਲਵਾਰਾਂ ਲਹਿਰਾਉਂਦੇ ਹਾਂ, ਨਾਅਰੇਬਾਜ਼ੀ ਕਰਦੇ ਹਾਂ। ਤਲਵਾਰ ਇੱਕ ਸਿੰਬਲ ਹੈ ਆਜ਼ਾਦੀ ਦੀ, ਬਾਦਸ਼ਾਹੀ ਦੀ, ਜਿਹੜੀ 6ਵੇਂ ਪਾਤਸ਼ਾਹ ਨੇ ਦਿੱਤੀ ਹੈ। ਸਰ ਸਾਹਿਬ, ਉਸ ਜ਼ਮਾਨੇ ਦੇ ਵਿੱਚ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਰੱਖ ਸਕਦਾ, ਘੋੜਾ ਨਹੀਂ ਸੀ ਰੱਖ ਸਕਦਾ, ਕਲਗੀ ਨਹੀਂ ਸੀ ਰੱਖ ਸਕਦਾ, ਬਾਜ ਨਹੀਂ ਸੀ ਰੱਖ ਸਕਦਾ। ਇਹ ਸਾਰੀਆਂ ਰਾਜ ਭਾਗ ਦੀਆਂ ਨਿਸ਼ਾਨੀਆਂ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਰੋੜਾ ਸਾਹਿਬ ਕਹਿੰਦੇ ਕਿ ਮਾਨ ਨੇ ਉੱਥੇ ਕੀ ਗੱਤਕਾ ਖੇਡਣਾ ਸੀ ਪਾਰਲੀਮੈਂਟ ਦੇ ਵਿੱਚ। ਇਹੋ ਜਿਹੀ ਗੱਲ ਨਹੀਂ ਹੈ। ਇਹ ਕਿਰਪਾਨ ਰਾਜ ਭਾਗ ਤੇ ਬਾਦਸ਼ਾਹੀ ਦੀ ਨਿਸ਼ਾਨੀ ਹੈ। ਕਦੇ ਮੈਨੂੰ ਅੰਦਰ ਨਹੀਂ ਆਉਣ ਦਿੱਤਾ। ਜਿਹੜਾ ਅਰਾਫਾਤ ਪੈਲਸਤੀਨ ਦਾ ਲੀਡਰ ਸੀ, ਉਹਦੇ ਤਬ ਦੇ ਵਿੱਚ ਪਿਸਤੌਲ ਸੀ ਜਿਹੜਾ ਸਾਰੇ ਦੇਖ ਸਕਦੇ ਸੀਗੇ। ਜੇ ਪਿਸਤੌਲ ਜਾ ਸਕਦਾ, ਕਿਰਪਾਨ ਉਹਨਾਂ ਨੇ ਨਹੀਂ ਜਾਣ ਦਿੱਤੀ ਕਿ ਇਹ ਰਾਜ ਭਾਗ ਤੇ ਬਾਦਸ਼ਾਹੀ ਦੀ ਨਿਸ਼ਾਨੀ ਹੈ। ਐ ਨਹੀਂ ਕਿਰਪਾਨ ਐ ਨਹੀਂ ਲਹਿਰਾਉਂਦੇ ਜਾਂ ਕੁਛ ਹੈ। ਇਹ ਸਿੰਬਲ ਹੈ ਕਿ ਅਸੀਂ ਆਜ਼ਾਦ ਹੈ, ਅਸੀਂ ਆਪਣਾ ਖਾਲਿਸਤਾਨ ਤੇ ਆਜ਼ਾਦੀ ਮੰਗਦੇ ਹਾਂ। ਇਹਦਾ ਮਖੌਲ ਨਹੀਂ ਹਟਾਉਣਾ ਚਾਹੀਦਾ ਕਿਰਪਾਨ। ਇਹ ਗਲਤ ਹੋਊ। ਬਿਲਕੁਲ। ਅੱਛਾ, ਇਹ ਵੀ ਇੱਕ ਦੋਸ਼ ਲੱਗਦਾ ਹੈ ਕਿ ਜਦੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੈ,
ਉਹਦੇ ਵਿੱਚ ਸਿੱਖ ਆਗੂਆਂ ਦਾ ਵੀ ਵੱਡਾ ਰੋਲ ਸੀ। ਜੇ ਸਿੱਖ ਆਗੂ ਵੱਡਾ ਰੋਲ ਨਾ ਅਦਾ ਕਰਦੇ ਤਾਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ। ਉਹ ਕੌਣ ਆਗੂ ਸਨ? ਤੁਸੀਂ ਤਾਂ ਵਿਚਰੇ ਹੋ ਜੀ ਉਸ ਸਮੇਂ 'ਚ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਸ ਵੇਲੇ ਪੋਲੀਟੀਕਲ ਪਾਵਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਫੈਡਰੇਸ਼ਨ ਦੇ ਕੋਲੇ ਸੀਗੀ। ਸੈਂਟਰ ਨੂੰ ਉਹਨਾਂ ਦੇ ਨਾਲ ਭਿੰਡਰਾਂਵਾਲਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਪਰ ਜਾਣ ਕੇ ਟਾਲ ਕੇ ਇਹਨਾਂ ਨੇ ਰਵਾਇਤੀ ਅਕਾਲੀਆਂ ਲੌਂਗੋਵਾਲ, ਬਾਦਲ, ਟੌੜਾ, ਤਲਵੰਡੀ ਇਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਫਿਕਰ ਨਾ ਕਰ, ਨਰਸਿਮਹਾ ਰਾਓ ਉਸ ਵੇਲੇ ਹੋਮ ਮਿਨਿਸਟਰ ਸੀ, ਕਿ ਤੁਸੀਂ ਫੌਜ ਬਾਹਰ ਲਾ ਜਾਓ ਤੇ ਸੰਤ ਜਰਨੈਲ ਸਿੰਘ ਹੱਥ ਖੜੇ ਕਰਕੇ ਬਾਹਰ ਆ ਜਾਊਗਾ। ਇਹ ਇਹਨਾਂ ਦਾ ਐਡਵਾਈਸ ਸੀਗਾ। ਇਹ ਜ਼ਿੰਮੇਵਾਰ ਹੈ, ਇਹ ਸਾਡੇ ਮੁਲਜ਼ਮ ਹੈ। ਇਸੇ ਕਰਕੇ ਤੁਸੀਂ ਪਛਾਣ ਕਰੋ। ਤਲਵਾਰਾਂ ਦੀ ਗੱਲ ਕਰਦੇ ਹੋ, ਇਹਨਾਂ ਨੂੰ ਵੀ ਪੁੱਛ ਲਿਆ ਕਰੋ ਕਿ ਸਟੈਂਡ ਗੰਨਾਂ ਤੇ ਕਾਰਬੈਨੀਆਂ ਕਿਉਂ ਲੈ ਕੇ ਫਿਰਦੇ ਹੁੰਦੇ ਹੋ। ਫਿਰ ਜੇ ਤੁਸੀਂ ਯੋਧੇ ਹੋ, ਜੇ ਤੁਸੀਂ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਹੈ, ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਾਇਆ ਹੈ, ਫਿਰ ਤੁਸੀਂ ਫਿਰ ਕਾਰਵਾਈ ਨਾਲ ਤੇ ਤੋਪਾ ਲੈ ਕੇ ਫਿਰਦੇ ਹੋ। ਇਹ ਪੁੱਛ ਲਿਆ ਕਰੋ ਨਾ ਇਹਨਾਂ ਚ ਦਮ ਹੈ ਨੀ ਗਾ। ਬਸ ਹੁਣ ਮਾਨ ਸਾਹਿਬ, ਖਾਲਿਸਤਾਨ ਦੀ ਮੰਗ ਜਾਇਜ਼ ਜਾਰੀ ਰਹੇਗੀ ਜੀ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਵੱਲੋਂ? ਜਿੰਨਾ ਚਿਰ ਮੈਂ ਜਿਉਂਦਾ ਜਾਰੀ ਰਹੂਗੀ। ਮੇਰੇ ਬੱਚੇ ਵੀ, ਮੇਰੇ ਜਿਹੜੇ ਪੋਤੇ ਵੀ ਹੈ, ਮੇਰੇ ਦੋਤੇ ਵੀ ਹੈ, ਸਭ ਜਿੰਨੇ ਵੀ ਪਾਰਟੀ ਹੈ, ਉਹਨਾਂ ਦੇ ਪੋਤੇ, ਉਹਨਾਂ ਦੇ ਪੁੱਤ, ਸਾਰੇ ਅਸੀਂ ਖਾਲਿਸਤਾਨ ਨੂੰ ਕਮਿਟਡ ਹੈ। ਤੇ ਖਾਲਿਸਤਾਨ ਤੋਂ ਬਗੈਰ ਸਰਦਾਰ ਸਾਹਿਬ, ਬਾਠ ਸਾਹਿਬ, ਨਹੀਂ ਤੁਹਾਡੀ ਇੱਜ਼ਤ ਰਹਿਣੀ ਹੈ ਨਾ। ਇਹ ਚਮਚਾਗਰੀ ਦੇ ਨਾਲ ਨਹੀਂ ਕੰਮ ਚੱਲਦਾ। ਇਹ ਜਿਹਦਾ ਮੁਲਕ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਉਹ ਕੀ ਸ਼ੈ ਹੈ। ਅੱਜ ਅਸੀਂ ਬਾਰਡਰ ਹੀ ਨਹੀਂ ਖੋਲ ਸਕਦੇ। ਸਾਡੀਆਂ ਜਿੰਸਾਂ ਬਾਹਰ ਪਾਕਿਸਤਾਨ, ਰੂਸ, ਚੀਨ ਤੱਕ ਨਹੀਂ ਜਾ ਸਕਦੀਆਂ। ਜੇ ਸਾਡਾ ਬਾਰਡਰ ਖੁੱਲ ਜੇ ਤੇ ਸਾਥੋਂ ਤੱਕ ਕਰਾਚੀ ਨੇੜੇ ਹੈ, ਬੰਬੇ ਬਹੁਤ ਦੂਰ ਹੈ। ਸਾਡੀ ਸਾਰੀ ਟ੍ਰੇਡ, ਵਪਾਰ ਉੱਧਰ ਚੱਲੇ। ਇਹਦੇ 'ਚ ਹਿੰਦੂ ਨੂੰ ਵੀ ਫਾਇਦਾ ਹੋਊਗਾ, ਈਸਾਈ ਨੂੰ ਵੀ ਫਾਇਦਾ ਹੋਊਗਾ, ਸਿੱਖ ਨੂੰ ਵੀ ਫਾਇਦਾ ਹੋਊਗਾ। ਪਰ ਅਸੀਂ ਅੱਜ ਤੱਕ, ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਪੜ੍ਹ ਲਿਖ ਗਿਆ, ਪਰ ਮੈਨੂੰ ਅੱਜ ਤੱਕ ਨਹੀਂ ਪਤਾ ਹੈਗਾ, ਜਿਹੜੀ ਮੈਂ ਸੱਚ ਗੱਲ ਕਰਦਾ, ਕਿ ਭਾਰਤ ਕੀ ਚੀਜ਼ ਹੈ। ਮੈਨੂੰ ਭਾਰਤ ਦਾ ਨਹੀਂ ਪਤਾ ਹੈਗਾ ਕਿ ਇਹ ਕਿੱਥੋਂ ਲਫ਼ਜ਼ ਲਿਆਂਦਾ, ਇਹਨਾਂ ਨੇ ਕਿੱਥੋਂ ਲਿਆਂਦਾ। ਹੁਣ ਕੋਈ ਸੇਤੂ ਕੱਢਦਾ ਹੈ, ਰੋਗੀ ਸੇਤੂ, ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਪਾਈ ਜਾਂਦੇ ਹੈ। ਤੁਹਾਨੂੰ ਗੁਰਮੁਖੀ ਦੂਜੇ ਪਾਤਸ਼ਾਹ ਨੇ ਦਿੱਤੀ, ਗੁਰਮੁਖੀ, ਤੇ ਹੁਣ ਸਾਡੇ ਉੱਤੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰੀ। ਨਹੀਂ, ਮੇਰਾ ਮਾਨ ਸਾਹਿਬ ਇੱਕ ਆਖਰੀ ਸਵਾਲ ਰਹਿ ਗਿਆ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ। ਮੈਨੂੰ 1 ਮਿੰਟ ਦਿਓ ਜ਼ਰੂਰ। ਕਿ 2015 'ਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਤੁਸੀਂ ਵੀ ਉਹਦੀ ਕਮਾਂਡ ਦਾ ਹਿੱਸਾ ਸੋ ਇੱਕ। ਸਿੱਖ ਸੰਗਤ ਨੇ ਬੜੇ ਉਤਸ਼ਾਹ ਨਾਲ, ਇੱਕ ਆਸ ਦੀ ਕਿਰਨ ਦੇ ਨਾਲ ਜ਼ਿੰਮੇਵਾਰੀ ਜਿਹੜੀ ਹੈ ਤੁਹਾਨੂੰ ਸੌਂਪੀ ਸੀ, ਜੋ ਤੁਸੀਂ ਉੱਥੇ ਫੈਸਲੇ ਲਏ ਆ। ਉਹਦਾ ਅੰਤ ਜਿਹੜਾ ਲੀਡਰਸ਼ਿਪ ਦਾ ਬੜਾ ਮਾੜਾ ਹੋਇਆ ਹੈ। ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਸੰਗਤਾਂ ਨੇ, ਸਿੱਖ ਸ਼ਰਧਾਲੂ ਨੇ, ਇਹ ਕਿਹਦੇ ਕਿਸ ਆਗੂ ਦੇ ਉੱਤੇ ਵਿਸ਼ਵਾਸ ਕਰਨਗੇ? ਕੀ ਏਡੇ ਵੱਡੇ ਪੱਧਰ ਤੇ ਵਿਸ਼ਵਾਸ ਕਰ ਸਕਣਗੇ? ਸਾਡੇ ਤੇ ਵਿਸ਼ਵਾਸ ਗਿਆ ਨਹੀਂ ਬਾਠ ਸਾਹਿਬ। ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ ਨਹੀਂ, ਉੱਥੇ ਜਿਹੜੇ ਲੋਕ ਆਏ ਸੀ, ਘੁਸਪੈਠ ਕਰਤੀ ਸੀ, ਉਹਨਾਂ ਨੇ ਜਿਹੜਾ ਨੁਕਸਾਨ ਕੀਤਾ, ਜਿਹੜਾ ਸਰਕਾਰ ਨੇ, ਉਹ ਉੱਥੇ 10 ਦਸੰਬਰ ਨੂੰ ਆ ਕੇ ਬਾਜਵਾ ਸਾਹਿਬ ਨੇ, ਰੰਧਾਵਾ ਸਾਹਿਬ ਨੇ, ਸੰਗਤ ਜਿਹੜੀ ਗੁਰੂ ਤੋਂ ਵੀ ਵੱਡੀ ਹੁੰਦੀ ਹੈ, ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਹਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਅਸੀਂ ਸਾਰੇ ਗ੍ਰਿਫਤਾਰ ਕਰਾਂਗੇ। ਜਿੰਨੇ 25 ਸਾਲਾਂ ਤੋਂ ਤੁਹਾਡੇ ਜੇਲ੍ਹ ਦੇ ਵਿੱਚ ਬੈਠੇ ਹੈ, ਉਹਨਾਂ ਨੂੰ ਰਿਹਾ ਕਰਾਂਗੇ। ਜੇ ਅੱਜ ਨਾ ਕਰ ਸਕੀਏ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਆਉਣ ਵਾਲਾ ਅਗਲੇ ਮਹੀਨੇ, ਉਦੋਂ ਅਸੀਂ ਕਰ ਦੇਵਾਂਗੇ। ਪਰ ਇਹ ਸਾਰੀਆਂ ਚੀਜ਼ਾਂ ਤੋਂ ਮੁਨਕਰ ਹੋ ਗਏ। ਜੇ ਉੱਥੇ ਸਿੰਘ ਸਾਹਿਬ, ਭਾਈ ਮੰਡ ਉੱਥੇ ਬੈਠੇ ਰਹਿੰਦੇ ਤਾਂ ਫਿਰ ਪਬਲਿਕ ਨੇ ਕਹਿਣਾ ਸੀ ਜਦੋਂ ਤੁਹਾਡੀਆਂ ਮੰਗਾਂ ਸਾਰੀਆਂ ਮੰਗੀਆਂ ਗਈਆਂ,
ਤੁਸੀਂ ਜਿੱਦ ਦੇ ਨਾਲ ਉੱਥੇ ਬੈਠੇ ਹੋ ਤੇ ਸਾਡਾ ਜਿਹੜਾ ਪਿਆਰ, ਜਿਹੜਾ ਰਾਬਤਾ ਸੰਗਤ ਦੇ ਨਾਲ ਹੈ, ਉਹ ਟੁੱਟ ਜਾਣਾ ਸੀਗਾ। ਅਸੀਂ ਕੋਈ ਬੇਈਮਾਨੀ ਨਹੀਂ ਕੀਤੀ, ਬੇਈਮਾਨੀ ਸਰਕਾਰ ਨੇ ਕੀਤੀ ਹੈ। ਗਲਤੀ ਸਾਡੀ ਇਹ ਹੈ ਕਿ ਅਸੀਂ ਇਹਨਾਂ ਤੇ ਵਿਸ਼ਵਾਸ ਕਰ ਚੁੱਕੇ। ਜਿਹੜਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਗੁਟਕਾ ਲੈ ਕੇ ਸਾਡੇ ਨਾਲ ਵਾਅਦੇ ਕੀਤੇ ਸੀ, ਉੱਥੋਂ ਭੁੱਲ ਹੋ ਗਈ। ਪਰਸੋਂ ਚੌਥੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਦੇਖਿਆ ਹੋਊਗਾ, ਉਹ ਈਸਾਈਆਂ ਦੀ ਬਾਈਬਲ ਲੈ ਕੇ ਉੱਥੇ ਬੋਲ ਰਿਹਾ ਹੈ। ਇਹ ਜਿਹੜੇ ਲੋਕ ਆਪਣੇ ਗ੍ਰੰਥਾਂ ਨੂੰ ਚੱਕ ਕੇ ਵਾਅਦੇ ਕਰਦੇ ਆ, ਇਹ ਕਦੇ ਉੱਤਰਦੇ ਨਹੀਂ ਹੁੰਦੇ ਹੈਗੇ। ਨਹੀਂ ਮਾਨ ਸਾਹਿਬ, ਮੇਰਾ ਸਵਾਲ ਸੀ ਕਿ ਜਿਹੜੇ ਜਥੇਦਾਰ ਤੁਸੀਂ ਥਾਪੇ ਸੀ, ਉਹ ਤਾਂ ਆਪਸ ਚ ਪਹਿਲਾਂ ਹੀ ਉਹਨਾਂ ਦੀ ਦੂਰੀਆਂ ਪੈ ਗਈਆਂ ਸੀ, ਇਸ ਮੋਰਚੇ ਤੋਂ ਵੀ ਪਹਿਲਾਂ ਦੂਰੀਆਂ ਪੈ ਗਈਆਂ ਸੀ। ਮੈਂ ਉਹ ਗੱਲ ਕਰਦਾ ਕਿ ਜਿੰਨਾ ਆਗੂਆਂ ਦੇ ਜ਼ਿੰਮੇਵਾਰੀ ਸੌਂਪੀ ਸੀ, ਉਹੀ ਤਾਰੋ ਪੀੜ ਹੋ ਗਏ ਜੀ। ਸਿੰਘ ਆਪਸ ਦੇ ਵਿੱਚ ਲੜ ਪੈਂਦੇ ਆ। ਟਕਸਾਲ ਇਹ ਮਿਸਲਦਾਰ ਵੀ ਲੜ ਪੈਂਦੇ ਸੀ, ਫਿਰ ਅਕਾਲ ਤਖਤ ਤੇ ਆ ਕੇ ਇਹਨਾਂ ਦੀ ਸੁਲਹ ਹੋ ਜਾਂਦੀ ਸੀ। ਕਿ ਇਹ ਸਾਡੇ ਵਿੱਚ ਕਮੀ ਹੈ ਕਿ ਸਾਡੇ ਜਥੇਦਾਰ ਆਪਸ ਚ ਲੜ ਪੈਂਦੇ ਆ। ਚਲੋ ਆਉਣ ਵਾਲੇ ਸਮੇਂ 'ਚ ਇਕੱਠੇ ਹੋਣਗੇ, ਆਸ ਕੀਤੀ ਜਾ ਸਕਦੀ ਹੈ। ਹਾਂ ਬਿਲਕੁਲ, ਇਹ ਮੇਰਾ ਮਤਲਬ ਸੰਗਤ ਨੂੰ ਇਕੱਠਾ ਹੋਣਾ ਚਾਹੀਦਾ, ਲੀਡਰਾਂ ਦੇ ਨਾਲ ਨਹੀਂ। ਜੋ ਕਰਕੇ ਲੀਡਰ ਸਾਰੇ ਖਾਲਿਸਤਾਨ ਦੀ ਗੱਲ ਨੂੰ ਛੱਡ ਪਕਾ ਚੁੱਕੇ ਆ। ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜਾ ਖੜਾ ਖਾਲਿਸਤਾਨ ਦੇ ਉੱਤੇ। ਅਸੀਂ ਅਖੀਰਲੇ ਦਮ ਦੇ ਉੱਤੇ ਇਸ ਵਚਨ ਦੇ ਉੱਤੇ ਰਹਾਂਗੇ। ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਰੋਜ਼ਾਨਾ ਸਪੋਕਸਮੈਨ ਟੀਵੀ ਨੂੰ ਆਪਣਾ ਸਮਾਂ ਦਿੱਤਾ, ਔਰ ਆਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਸਿਹਤ ਚਾਬੀ ਬਖਸ਼ੇ। ਤੁਸੀਂ ਸਿੱਖਾਂ ਦੀ ਆਵਾਜ਼ ਇਵੇਂ ਹੀ ਜਿਹੜਾ ਪੱਧਰ ਤੇ ਬੁਲੰਦ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਤੁਸੀਂ ਦੇਖ ਰਹੇ ਸਪੋਕਸਮੈਨ ਟੀਵੀ, ਔਰ ਇਸ ਵੇਲੇ ਮਾਨ ਸਾਹਿਬ ਦੇ ਵਿਚਾਰ ਸੁਣੇ। ਤੁਹਾਨੂੰ ਵੀ ਫਤਿਹ, ਸਰਦਾਰ ਜੋਗਿੰਦਰ ਸਿੰਘ ਨੂੰ ਵੀ ਫਤਿਹ, ਤੇ ਜਿਹੜੇ ਬੀਬੀ ਜੀ ਤੁਹਾਡੇ ਮੋਹਤਬੇਰ ਨੇ ਇਸ ਸਪੋਕਸਮੈਨ ਦੇ, ਉਹਨਾਂ ਨੂੰ ਵੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਦੇਖ ਰਹੇ ਜੀ ਸਪੋਕਸਮੈਨ ਟੀਵੀ, ਔਰ ਇਸ ਵੇਲੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਹੁਣਾਂ ਦੇ ਜਿਹੜੇ ਵਿਚਾਰ ਸੁਣੇ ਨੇ। ਸੋ ਦੋਸਤੋ, ਸਾਡੇ ਨਾਲ ਤੁਸੀਂ ਜੁੜੇ ਰਹਿਣਾ। ਸੀ ਤੁਹਾਨੂੰ ਹੋਰ ਵੀ ਪੰਥਕ ਸ਼ਖਸੀਅਤਾਂ ਨਾਲ ਮਿਲਾਉਂਦੇ ਰਵਾਂਗੇ, ਔਰ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦ।